महला पंजवा। घर चौथा एक ओंकार सतगुर प्रसाद। फल गुण आनंद उपार्जन हर सज्जन प्रगटे आए। संत सहाय राम के कर कृपा दिया मिलाए। सेध सुहावे सर्व सुख हुण दुखा नाही जाए। इस पुन्नी वड भागणी वर पाया हर राय। मिल सैया मंगल गावे गीत गोविंद अलाय। हर देहा अवर ना देसाई कोई दूजा लवै न लाय। हालत पलत सवारियन निहचल दितियन जाय। संसार सागर ते रखियन बहुड़ न जन्मै ताय। जिहवा एक अनेक गुण तरे नानक चरणी पाए। फल गुण नित सलाहिया जिसनो तिल ना तमाय। जिन जिन नाम ध्याया तिनके काज सरे। हर गुर पूरा आराध्या दरगह सच खरे। सर्व सुखानिध चरण हर पौ जल बिखम तरे। प्रेम भगत तिन पाइया बिखिया नाहे जरे। कूड़ गए दुबदा नसी पूर्ण सच भरे। पार ब्रह्म प्रभ सेवंद मन अंदर एक तरे। महादिवस मूरत भले जिसको नदर करे। नानक मंगै दरस दान कृपा करो हरे। नानक मंगै दरस दान कृपा करो हरे। वाहिगुरु जी का खालसा वाहिगुरु जी की फतेह। जिवें जिवें रुत्तां बदलदियां हन चित्तां बदलदियां ने वार तब्दील होंदे ने। बदलवें समय विच उस निरंकार नाल किवें जुड़िया जाए। हरेक महीने का सतगुरु महाराज ने संदेश बख्शिया। गुरु ग्रंथ साहिब महाराज जी की रचना विच एक 12वां साहिब श्री गुरु नानक पातशाह जी ने तुखारी राग विच उचारण किया। गुरु नानक पातशाह दियां लीहां ते तुरदियां गुरु अर्जन देव महाराज ने माझ राग के अंदर 12 माह उचारण किए। सतगुरु गुरु नानक पातशाह जी वालों उचारण किए गए 12 माह गुरु ग्रंथ साहिब महाराज जी के पावन अंक 1107 ते सुशोभित ने। गुरु अर्जन पातशाह जी वालों उचारण किए गए 12 माह गुरु ग्रंथ साहिब महाराज जी के पावन अंक 133 ते शोभायमान ने। सतगुरु गुरु नानक पातशाह ने 12 माह सिरलेख अंदर 17 शब्द उचारण किए। गुरु अर्जन पातशाह जी ने माझ राग के अंदर 14 शब्द उचारण किए हैं। सतगुरु गुरु अर्जन देव महाराज जी पहले शब्द के अंदर ये समझाते हैं कि असीं जीव अपने कीते कर्मां करके रब जी तेरे तो विछड़े हाँ। साढ़े ते कृपा करो सानू अपना मिलाप बख्शो। किरत कर्म के विछड़े कर कृपा मेलो राम। फिर महाराज जी ये समझाते हैं कि चारों पासे चारों नुकरां थले उत्ते दा पासा सब पासे हार थक के रब जी मैं आप जी की शरण में आया वां। मेरे ते कृपा करो मैनू अपने चरनां नाल जोड़ो। तेन दुधे ते बाहरी किते ना आवे काम। दुध तो सखणी गां दा जिवें लाभ नहीं
ਇਸੇ ਤਰ੍ਹਾਂ ਹੀ ਜੇ ਅਸੀਂ ਮਨੁੱਖਾ ਜੋਨੀ ਪ੍ਰਾਪਤ ਕਰਕੇ ਰੱਬ ਤੋਂ ਵਿਛੜੇ ਰਹੇ ਤਾਂ ਮਨੁੱਖਾ ਜੋਨੀ ਦਾ ਵੀ ਕੋਈ ਪ੍ਰਯੋਜਨ ਨਹੀਂ। ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਅੱਜ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ। ਫੱਗਣ ਦੇ ਮਹੀਨੇ ਦਾ ਮਹਾਰਾਜ ਜੀ ਸੰਦੇਸ਼ ਬਖਸ਼ਦੇ ਹਨ ਕਿ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਅੰਦਰ ਜਿਨ੍ਹਾਂ ਦੇ ਹਿਰਦੇ ਘਰ ਅੰਦਰ ਹਰੀ ਸੱਜਣ ਪ੍ਰਗਟ ਹੋ ਜਾਂਦੇ ਹਨ, ਉਹਨਾਂ ਦਾ ਫੱਗਣ ਦਾ ਮਹੀਨਾ ਆਨੰਦ ਵਾਲਾ, ਖੁਸ਼ੀਆਂ ਖੇੜੇ ਵਾਲਾ ਬਣ ਜਾਂਦਾ। ਜਦੋਂ ਮਹਾਰਾਜ ਨੇ ਵਰ੍ਹੇ ਦੀ ਆਰੰਭਤਾ ਦੇ ਵਿੱਚ ਚੇਤਰ ਦੇ ਮਹੀਨੇ ਦਾ ਸੰਦੇਸ਼ ਦਿੱਤਾ ਸੀ, ਉਦੋਂ ਵੀ ਮਹਾਰਾਜ ਨੇ ਕਿਹਾ ਸੀ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਕਣਾ। ਚੇਤਰ ਦੇ ਮਹੀਨੇ ਵਿੱਚ ਵੀ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਹਨ, ਉਹਨਾਂ ਨੂੰ ਸਦੇ ਵੀ ਆਨੰਦ ਪ੍ਰਾਪਤ ਹੋ ਜਾਂਦੇ ਹਨ। ਫੱਗਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਨੇ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਜਿਨ੍ਹਾਂ ਦੇ ਅੰਦਰ ਹਰੀ ਸੱਜਣ ਆ ਕੇ ਪ੍ਰਗਟ ਹੋ ਗਏ, ਉਹਨਾਂ ਦਾ ਫੱਗਣ ਦਾ ਮਹੀਨਾ ਖੁਸ਼ੀਆਂ ਖੇੜੇ ਵਾਲਾ ਬਣ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਜਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਸਹਾਈ ਨੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਜਿਨ੍ਹਾਂ ਤੇ ਮੇਰੇ ਮਾਲਕ ਪ੍ਰਭੂ ਜੀ ਤੋਂ ਕਿਰਪਾ ਕਰਨਾ ਵੇ, ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦੇ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਉਹਨਾਂ ਦੇ ਹਿਰਦੇ ਦੀ ਸੇਜ ਸੁੱਖਾਂ ਵਾਲੀ ਬਣ ਜਾਂਦੀ ਹੈ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਉਹਨਾਂ ਦੀ ਹਿਰਦੇ ਦੀ ਸੇਜ ਸੁਹਾਵਣੀ ਹੋ ਗਈ। ਦੁੱਖਾਂ ਲਈ ਕੋਈ ਜਾਏ ਉਹਨਾਂ ਦੇ ਜਾ ਕਹਿੰਦੇ ਨੇ ਥਾਂ ਨੂੰ। ਉਹਨਾਂ ਦੇ ਹਿਰਦੇ ਵਿੱਚ ਦੁੱਖਾਂ ਵਾਸਤੇ ਕੋਈ ਥਾਂ ਨਹੀਂ ਰਹਿ ਜਾਂਦੀ, ਬਲਕਿ ਸਦੀਵੀ ਆਨੰਦ, ਸਦੀਵੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਸਮਝਾਉਂਦੇ ਹਨ ਇਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਹਰੀ ਰੂਪੀ ਵਰ ਪ੍ਰਾਪਤ ਹੋ ਜਾਂਦਾ। ਸਤਿਗੁਰੂ ਸਮਝਾਉਂਦੇ ਹਨ ਮਿਲ ਸਈਆਂ ਮੰਗਲ ਗਾਵਈ। ਸਤਸੰਗੀ ਜਨਾਂ ਦੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ, ਗੀਤ ਗੋਬਿੰਦ ਅਲਾਏ। ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਦੇ ਗੀਤ ਜਿਹੜੇ ਹੈ ਉਹ ਗਾਉਣੇ। ਹਰ ਜਿਹਾ ਅਵਰ ਨਾ ਦਿਸਹੀ ਕੋਈ ਦੂਜਾ ਲਵੈ ਨਾ ਜਾਏ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜਿਹਾ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹਰ ਜਿਹਾ ਅਵਰ ਨਾ ਦਿਸਹੀ ਕੋਈ ਦੂਜਾ ਲਵੈ ਨਾ ਲਾਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਹੋਰ ਕੋਈ ਹਸਤੀ ਨਹੀਂ ਹੈ, ਉਹਦੇ ਤੁਲ ਹੋਰ ਕੋਈ ਹਸਤੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਦੂਜਾ ਲਵੈ ਨਾ ਲਾਏ। ਹਾਲਤ ਪਲਤ ਸਵਾਰੀਆਂ ਨੇਚਲ ਦਿੱਤੀਆਂ ਨਾ ਜਾਏ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਫੱਗਣ ਦੇ ਮਹੀਨੇ ਵਿੱਚ ਜੁੜ ਜਾਂਦੇ ਹਨ, ਹਾਲਤ ਪਲਤ ਸਵਾਰੀਆਂ, ਉਹਨਾਂ ਦਾ ਇਹ ਲੋਕ ਤੇ ਅਗਲਾ ਲੋਕ ਸੰਵਰ ਜਾਂਦਾ ਹੈ। ਨੇਚਲ ਦਿੱਤੀਆਂ ਜਾਏ, ਉਹਨਾਂ ਨੂੰ ਸਥਿਰ ਥਾਂ ਜਿਹੜੀ ਹੈ ਉਹ ਮਿਲ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਥਾਂ ਬਖਸ਼ ਦਿੰਦੇ ਹਨ। ਸੰਸਾਰ ਸਾਗਰ ਤੇ ਰੱਖੀਆਂ ਬਾਹੜ ਨਾ ਜਨਮੈ ਧਾਏ। ਉਹਨਾਂ ਨੂੰ ਸੰਸਾਰ ਸਾਗਰ ਤੋਂ ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਨੂੰ ਰੱਖ ਲੈਂਦੇ ਹਨ। ਉਹ ਫਿਰ ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਅਸੀਂ ਜੀਆਂ ਦੀ ਜੀਵਾ ਇੱਕ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੇਅੰਤ ਨੇ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੇਰੇ ਮਾਲਕ ਪ੍ਰਭੂ ਜੀ ਤੂੰ ਸਾਰਿਆਂ ਨਾਲੋਂ ਵੱਡਾ ਹੈ, ਸਾਰਿਆਂ ਨਾਲੋਂ ਉੱਚਾ ਹੈ। ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਗੁਣ ਨੇ। ਜੇਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਏ। ਸਤਿਗੁਰੂ ਇੱਥੇ ਸਮਝਾ ਰਹੇ ਨੇ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਰ ਨਾ ਤਮਾਏ। ਫੱਗਣ ਦੇ ਮਹੀਨੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ
ਜਿਸ ਨੂੰ ਤਿਲ ਨਾ ਤਮਾਏ, ਜਿਸ ਨੂੰ ਤਿਲ ਮਾਤਰ ਵੀ ਲਾਲਚ ਨਹੀਂ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ। ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਉਹਨਾਂ ਦੇ ਸਾਰੇ ਕਾਰਜ ਨੇਪਰੇ ਚੜ੍ਹ ਗਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਹੜੇ ਹਰੀ ਦੇ ਚਰਨਾਂ ਨਾਲ ਜੁੜ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਹਨ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਉਹ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦੇ ਹਨ। ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਬਿਖਮ ਤਰੇ। ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਉਹ ਜੁੜ ਜਾਂਦੇ ਹਨ। ਉਹਨਾਂ ਨੂੰ ਇਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਜਿਹਦੇ ਸਦਕਾ ਹਰ ਭਉ ਜਲ ਬਿਖਮ ਤਰੇ। ਜਿਸ ਸੰਸਾਰ ਸਾਗਰ ਤੋਂ ਪਾਰ ਉਤਰਨਾ ਬੜਾ ਔਖਾ ਲੱਗਦਾ ਸੀ, ਸਹਿਜੇ ਹੀ ਉਸ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀਂ ਜਰੇ। ਪ੍ਰੇਮ ਭਗਤੀ ਕਰਕੇ ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਹੈ, ਉਹਨਾਂ ਨੇ ਨਿਰੰਕਾਰ ਦੀ ਨੇੜਤਾ ਪ੍ਰਾਪਤ ਕਰ ਲਈ। ਵਿਖਿਆ ਨਾਹੀਂ ਜਰੇ, ਉਹ ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਖਿੱਚਦੇ ਨਹੀਂ ਹਨ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਬਾਰੇ। ਕੂੜ ਗਏ ਦੁਬਦਾ ਨਸੀ, ਉਹ ਜਿਹੜੇ ਹੈ ਉਹਨਾਂ ਦੇ ਅੰਦਰ ਵਲ ਛਲ ਦੂਰ ਹੋ ਜਾਂਦਾ ਹੈ। ਨਾ ਹੀ ਜਿਹੜਾ ਹੈ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਲ ਫਰੇਬ ਰਹਿੰਦਾ ਹੈ, ਬਲਕਿ ਦੋ ਚਿੱਤੀ ਵਾਲਾ ਸੁਭਾਅ ਵੀ ਉਹਨਾਂ ਦਾ ਦੂਰ ਹੋ ਜਾਂਦਾ ਹੈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਬਾਰੇ, ਉਹ ਪੂਰਨ ਤੌਰ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ। ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਾਰੇ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਹਨ, ਉਸ ਨਿਰੰਕਾਰ ਦੀ ਸਿਫਤ ਕਰਦੇ ਹਨ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਾਰੇ, ਉਹ ਆਪਣੇ ਮਨ ਅੰਦਰ ਇਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਟਿਕਾ ਲੈਂਦੇ ਹਨ। ਮਹਾ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ। ਉਹਨਾਂ ਵਾਸਤੇ ਮਹੀਨਾ ਦਿਨ ਉਹ ਸਮਾਂ ਸਫਲਾ ਹੈ ਜਦੋਂ ਅਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ। ਸਤਿਗੁਰੂ ਕਹਿੰਦੇ ਨੇ ਮਹਾ ਦਿਵਸ ਮੂਰਤ ਬਲੇ ਜਿਸ ਕੋ ਨਦਰ ਕਰੇ। ਉਹ ਕੋਈ ਵੀ ਦਿਨ ਹੋਵੇ, ਕੋਈ ਵੀ ਮਹੀਨਾ ਹੋਵੇ, ਕੋਈ ਵੀ ਸਮਾਂ ਹੋਵੇ, ਉਹਨਾਂ ਵਾਸਤੇ ਉਹ ਸ਼ੁਭ ਹੈ, ਉਹ ਚੰਗਾ ਹੈ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਵਿੱਚ ਜੁੜਦੇ ਹਾਂ। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਪਲੇਰੀ ਰੁੱਤ। ਜਿਸ ਦਿਨ ਉਹ ਪਰਮਾਤਮਾ ਵਿਸਰ ਜਾਂਦਾ ਹੈ, ਉਹ ਰੁੱਤ ਫਿਟਕਾਰਨ ਦੇ ਯੋਗ ਹੈ। ਸਤਿਗੁਰੂ ਕਹਿੰਦੇ ਥਿਤ ਵਾਰ ਸੇਵੈ ਮੁਕਤ ਗਵਾਰ। ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ ਮਹਾ ਦਿਵਸ ਮੂਰਤ ਵਾਲੇ ਉਹ ਮਹੀਨਾ ਵੀ ਚੰਗਾ ਵੇ, ਉਹ ਮੁਹੂਰਤ ਵੀ ਚੰਗਾ ਹੈ, ਉਹ ਸਮਾਂ ਚੰਗਾ ਹੈ ਜਿਸ ਕੋ ਨਦਰ ਕਰੇ, ਜਿਹਦੇ ਤੇ ਮੇਰਾ ਨਿਰੰਕਾਰ ਦੀ ਆਪ ਟੁੱਟ ਕੇ ਨਜ਼ਰ ਕਰਦੇ ਹਨ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮੇਰੇ ਪ੍ਰਭੂ ਜੀ, ਮੈਂ ਆਪ ਜੀ ਦੇ ਕੋਲੋਂ ਦਰਸ਼ਨਾਂ ਦੀ ਖੈਰ ਮੰਗਦਾ ਵਾਂ ਕਿ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਦੀਦਾਰ ਬਖਸ਼ੋ, ਆਪਣੀ ਕਿਰਪਾ ਕਰੋ। ਜਿੱਥੇ ਆਪਾਂ ਫੱਗਣ ਦਾ ਮਹੀਨਾ ਅੱਜ ਆਰੰਭ ਹੋਇਆ ਹੈ ਤੇ ਫੱਗਣ ਦੇ ਮਹੀਨੇ ਦੀਆਂ ਵਿਚਾਰਾਂ ਆਪ ਜੀ ਦੇ ਨਾਲ ਕੀਤੀਆਂ ਗਈਆਂ ਹਨ ਕਿ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਫੱਗਣ ਦੇ ਮਹੀਨੇ ਵਿੱਚ ਉਹਨਾਂ ਜੀਵਾਂ ਦੇ ਅੰਦਰ ਸਦਾ ਹੀ ਆਨੰਦ ਖੇੜਾ ਬਣਿਆ ਰਹਿੰਦਾ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ। ਤਾਂ ਜਿੱਥੇ ਆਪਾਂ ਫੱਗਣ ਦੇ ਮਹੀਨੇ ਦਾ ਇਹ ਸੰਦੇਸ਼ ਸਰਵਣ ਕੀਤਾ ਹੈ, ਉੱਥੇ ਆਪ ਜੀ ਨੂੰ ਮਾਘ ਦੇ ਮਹੀਨੇ ਦੀ ਆਰੰਭਤਾ ਦੇ ਵਿੱਚ ਇੱਕ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਦਮ ਉਪਰਾਲਾ ਜਿਹੜਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਾਰਿਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਕੀਤਾ ਗਿਆ ਕਿ ਮਾਘ ਮਹੀਨੇ ਦੀ ਆਰੰਭਤਾ ਦੇ ਵਿੱਚ ਸੰਗਤਾਂ ਵਿੱਚੋਂ ਜੋ ਵੀ ਜਿਹੜਾ ਹੈ ਬਸੰਤ ਕੀ ਵਾਰ ਜਿਹੜੀ ਹੈ ਉਹ ਚੇਤੇ ਕਰੇਗਾ, ਸੁਣਾਏਗਾ, ਉਹਨੂੰ ਮਾਣ ਸਤਿਕਾਰ ਜਿਹੜਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ ਹੈ। ਤਾਂ ਅੱਜ ਫੱਗਣ ਦਾ ਮਹੀਨਾ ਆਰੰਭ ਹੋਇਆ, ਸੰਗਤਾਂ ਨੇ ਬਸੰਤ ਕੀ ਵਾਰ ਜਿਹੜੀ ਹੈ ਉਹ ਚੇਤੇ ਕੀਤੀ ਹੈ। ਇਹ ਜਿਹੜੀ ਬਸੰਤ ਕੀ ਵਾਰ ਹੈ ਇਹ ਮਾਘ ਮਹੀਨੇ ਦੀ ਆਰੰਭਤਾ ਤੋਂ ਪਹਿਲਾਂ ਯਾਨੀ ਕਿ ਰਾਤ ਨੂੰ 9 ਵਜੇ ਜਦੋਂ ਮਾਘ ਮਹੀਨਾ ਲੱਗਣਾ ਹੁੰਦਾ ਹੈ, ਉਸ ਤੋਂ ਪਹਿਲਾਂ ਰਾਤ ਨੂੰ 9 ਵਜੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ 9 ਵਜੇ ਅਰਦਾਸੀਆ ਸਿੰਘ ਅਰਦਾਸ ਕਰਦਾ
ਤੇ ਅਰਦਾਸ ਕਰਕੇ ਬੇਨਤੀ ਕਰਦਾ ਹੈ, ਸਤਿਗੁਰੂ ਮਹਾਰਾਜ ਜੀ ਬਸੰਤ ਰਾਗ ਆਰੰਭ ਕਰਨ ਦੀ ਆਗਿਆ ਬਖਸ਼ੋ। ਮਹਾਰਾਜ ਦੀ ਕਿਰਪਾ ਕਰੋ, ਬਸੰਤ ਰੁੱਤ ਜਿਹੜੀ ਹੈ ਆ ਗਈ ਹੈ ਔਰ ਉਹਦੇ ਲਈ ਬਸੰਤ ਰਾਗ ਗਾਇਨ ਕਰਨ ਦੀ ਆਗਿਆ ਬਖਸ਼ੋ। ਆਰੰਭਤਾ ਦੀ ਅਰਦਾਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਜਿਹੜੇ ਰਾਗੀ ਸਿੰਘ ਦੀ ਸੇਵਾ ਹੁੰਦੀ ਹੈ ਉਹ ਫਿਰ ਬਸੰਤ ਰਾਗ ਗਾਇਨ ਕਰਦੇ ਹਨ। ਬਸੰਤ ਰਾਗ ਵਿੱਚ ਸ਼ਬਦ ਪੜ੍ਹਿਆ ਜਾਂਦਾ। ਫਿਰ ਲਗਾਤਾਰ ਜਿਹੜਾ ਵੀ ਰਾਗੀ ਸਿੰਘ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਨੇ, ਫਿਰ ਉਹਨਾਂ ਨੇ ਬਸੰਤ ਰਾਗ ਦਾ ਸ਼ਬਦ ਪੜ੍ਹ ਕੇ ਹੀ ਬਾਅਦ ਵਿੱਚ ਹੋਰ ਸ਼ਬਦਾਂ ਦਾ ਗਾਇਨ ਕਰਨਾ। ਤੇ ਇਸੇ ਤਰ੍ਹਾਂ ਅਖੀਰ ਵਿੱਚ ਵੀ ਬਸੰਤ ਦੀਆਂ ਵਾਰ ਦੀਆਂ 3 ਪੌੜੀਆਂ ਉਹ ਗਾਇਨ ਕੀਤੀਆਂ ਜਾਂਦੀਆਂ ਹਨ। ਇਹ ਹਰੇਕ ਰਾਗੀ ਜਥੇ ਦੀ ਜਿਹੜੀ ਹੈ ਉਹ ਮਾਘ ਦੇ ਮਹੀਨੇ ਦੀ ਆਰੰਭਤਾ ਤੋਂ ਇਹ ਸ਼ੁਰੂ ਹੁੰਦੀ ਹੈ ਤੇ ਹੋਲੇ ਮਹੱਲੇ ਤੱਕ ਇਸ ਤਰ੍ਹਾਂ ਇਹ ਜਿਹੜਾ ਹੈ ਰੋਜ਼ ਹੀ ਬਸੰਤ ਕੀ ਵਾਰ ਪੜ੍ਹੀ ਜਾਣੀ ਹੁੰਦੀ ਹੈ। ਔਰ ਹੋਲੇ ਮਹੱਲੇ ਵਾਲੇ ਦਿਨ ਜਿਹੜਾ ਹੈ ਉਹ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਇਹਦੀ ਸੰਪੂਰਨਤਾ ਕੀਤੀ ਜਾਂਦੀ ਹੈ। ਬਾਈ ਜਿਹੜਾ ਹੈ ਇਹ ਬਸੰਤ ਰਾਗ ਲਗਾਤਾਰ ਜਿਹੜਾ ਹੈ ਗਾਇਨ ਕੀਤਾ ਗਿਆ, ਕਿਉਂਕਿ ਜਿਹੜਾ ਕੁਦਰਤ ਦਾ ਨਿਯਮ ਹੈ ਇਹਦੇ ਵਿੱਚ ਵਿਸਵੇ ਨੇ, ਚਸੀਏ ਨੇ, ਘੜੀਆਂ ਨੇ। ਅੱਖ ਦੇ 15 ਫੋਰ ਦੇ ਨਾਲ ਇੱਕ ਵਿਸਵਾ ਬਣਦਾ। ਇਸੇ ਤਰ੍ਹਾਂ ਜਿਹੜਾ ਹੈ 15 ਵਿਸਵਿਆਂ ਦਾ ਇੱਕ ਚਸਾ ਹੁੰਦਾ, 30 ਚਸਿਆਂ ਦਾ ਇੱਕ ਪਲ ਹੁੰਦਾ, 30 ਪਲਾਂ ਦੀ ਇੱਕ ਘੜੀ ਹੁੰਦੀ ਹੈ, 7.5 ਘੜੀਆਂ ਦਾ ਜਿਹੜਾ ਹੈ ਇੱਕ ਪਹਿਰ ਹੁੰਦਾ ਤੇ 8 ਪਹਿਰ ਦਾ ਦਿਨ ਤੇ ਰਾਤ ਨੇ। 4 ਪਹਿਰ ਦਾ ਦਿਨ, 4 ਪਹਿਰ ਦੀ ਰਾਤ ਹੁੰਦੀ ਹੈ। 12 ਮਹੀਨੇ ਨੇ, 6 ਰੁੱਤਾਂ ਨੇ। ਤਾਂ 6 ਰੁੱਤਾਂ ਵਿੱਚੋਂ ਇੱਕ ਰੁੱਤ ਬਸੰਤ ਰਿਤੂ ਹੈ। ਜਿਵੇਂ ਵਰਖਾ ਦੀ ਰੁੱਤ ਹੈ ਜਾਂ ਹੋਰ ਰੁੱਤ ਜਿਹੜੀਆਂ ਨੇ ਆਪਣੇ ਗ੍ਰੀਸ਼ਮ ਰੁੱਤ ਹੈ, ਸਰਦੀ ਦੀ ਰੁੱਤ ਹੈ। ਅਤੇ ਇਸੇ ਤਰ੍ਹਾਂ ਬਸੰਤ ਦੀ ਵੀ ਇੱਕ ਰੁੱਤ ਜਿਹੜੀ ਹੈ ਬਹਾਰ ਹੁੰਦੀ ਹੈ। ਤਾਂ ਇਹ ਜਦੋਂ ਬਸੰਤ ਦੀ ਬਹਾਰ ਸ਼ੁਰੂ ਹੁੰਦੀ ਹੈ ਅਤੇ ਉਸ ਵੇਲੇ ਲੋਕ ਜਿਹੜੇ ਹੈ ਖੇਡ ਤਮਾਸ਼ਿਆਂ ਦੇ ਵਿੱਚ ਹੋਲੀਆਂ ਮਨਾਉਂਦੇ ਹਨ, ਉਹਨਾਂ ਵਿੱਚ ਰੁੱਝਦੇ ਹਨ। ਤਾਂ ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਬਸੰਤ ਰਾਗ ਗਾਇਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਲੈਣ ਦੀ ਸਾਨੂੰ ਪ੍ਰੇਰਨਾ ਦਿੱਤੀ ਹੈ। ਤਾਂ ਬਸੰਤ ਕੀ ਵਾਰ ਕੁਝ ਸੰਗਤਾਂ ਦੀ ਵਿਚਾਰ ਸੀ, ਬਸੰਤ ਕੀ ਵਾਰ ਜਿਹੜੀ ਸੰਗਤਾਂ ਨੇ ਚੇਤੇ ਕੀਤੀ ਹੈ ਔਰ ਕਰੀਬਨ 65 ਜਿਹੜਾ ਹੈ ਉਹ ਵੀਰਾਂ ਭੈਣਾਂ ਨੇ ਉਹਨਾਂ ਨੇ ਬਸੰਤ ਕੀ ਵਾਰ ਚੇਤੇ ਕਰਕੇ ਔਰ ਜਿਹੜਾ ਹੈ ਸੁਣਾਉਣੀ ਕੀਤੀ ਹੈ। ਹੋਰ ਵੀ ਸੰਗਤਾਂ ਬਹੁਤ ਸਾਰੀਆਂ ਉਪਰਾਲਾ ਜਿਹੜਾ ਹੈ ਕਰਦੀਆਂ ਰਹੀਆਂ। ਚਲੋ ਕਿਸੇ ਨੂੰ ਇੱਕ ਪਦਾ, ਕਿਸੇ ਨੂੰ 2 ਪੌੜੀਆਂ ਯਾਦ ਹੋਈਆਂ। ਤਾਂ ਮਹਾਰਾਜ ਨੇ ਥੋੜ੍ਹਾ ਜਿਹਾ ਇਸ ਨੂੰ ਸਮਝ ਵੀ ਲਈਏ। ਬਸੰਤ ਕੀ ਵਾਰ ਮਹਿਲ ਪੰਜਵਾਂ, ਇਹਨੂੰ ਮਹਿਲਾ ਨਹੀਂ ਪੜ੍ਹਨਾ, ਮਹਿਲ ਜੋ ਜਿਸ ਤਰ੍ਹਾਂ ਲਿਖਿਆ ਨਾ ਗੁਰਬਾਣੀ ਵਿੱਚ ਉਸੇ ਤਰ੍ਹਾਂ ਹੀ ਪੜ੍ਹਨਾ। ਬਸੰਤ ਕੀ ਵਾਰ ਮਹਿਲ ਪੰਜਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1193 ਤੇ ਇਹ ਪਾਵਨ ਪੌੜੀਆਂ ਦਰਜ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਜਿਹੜੇ ਕਿ ਇੱਕ ਨੇ, 7 ਸਰੂਪ ਨੇ। ਤੇ ਗੁਰੂ ਦੀ ਕਿਰਪਾ ਦੁਆਰਾ ਇਹੋ ਜਿਹੇ ਅਕਾਲ ਪੁਰਖ ਵਾਹਿਗੁਰੂ ਨਾਲ ਅਸੀਂ ਜੀਆਂ ਦੀ ਸਾਂਝ ਬਣਦੀ ਹੈ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਹਰ ਕਾ ਨਾਮ ਧਿਆਇ ਕੈ, ਹਰੇਕ ਜੋ ਵੀ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ। ਹਰ ਕਾ ਨਾਮ ਧਿਆਇ ਕੇ ਹੋਵੋ ਹਰਿਆ ਭਾਈ। ਜਿਵੇਂ ਬਸੰਤ ਰੁੱਤ ਆਉਂਦੀ ਹੈ, ਸਾਰੀ ਵਨਸਪਤੀ ਮੋਲੀ ਜਾਂਦੀ ਹੈ, ਸਾਰੀ ਵਨਸਪਤੀ ਖੇੜੇ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ, ਸਤਿਗੁਰੂ ਕਹਿੰਦੇ ਨੇ ਹਰ ਕਾ ਨਾਮ ਧਿਆਇ ਕੇ ਹੋਵੋ ਹਰਿਆ ਭਾਈ, ਉਹ ਵੀ ਹਰਿਆ ਭਰਿਆ ਹੋ ਜਾਂਦਾ ਹੈ। ਜਿਵੇਂ ਬਸੰਤ ਰੁੱਤ ਦੇ ਵਿੱਚ ਸਾਰੀ ਵਨਸਪਤੀ ਮੋਲੀ ਜਾਂਦੀ ਹੈ, ਖੇੜੇ 'ਚ ਆ ਜਾਂਦੀ ਹੈ, ਤੇ ਇਸ ਰੁੱਤ ਦੇ ਅੰਦਰ ਜਿਹੜਾ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਉਹਨਾਂ ਅੰਦਰ ਵੀ ਖੇੜਾ ਖੁਸ਼ੀ ਆ ਜਾਂਦੀ ਹੈ। ਹਰ ਕਾ ਨਾਮ ਧਿਆਇ ਕੈ ਹੋਵੋ ਹਰਿਆ ਭਾਈ, ਕਰਮ ਲਿਖਨ ਤੇ ਪਾਈਐ ਇਹ ਰੁੱਤ ਸੁਹਾਈ। ਇਹ ਜਿਹੜੀ ਰੁੱਤ ਹੈ, ਇਹ ਜਿਹੜੀ ਮਨੁੱਖਾ ਜਨਮ ਦੀ ਰੁੱਤ ਹੈ, ਇਹ ਜਿਹੜਾ ਮਨੁੱਖਾ ਜਨਮ ਦਾ ਸਮਾਂ ਹੈ, ਤੇ ਮਹਾਰਾਜ ਕਹਿੰਦੇ ਨੇ ਇਹ ਬੜਾ ਸੁਹਾਵਣਾ ਸਮਾਂ। ਇਹ ਹੁਣ ਸਮਾਂ ਉਸ ਪਰਮਾਤਮਾ, ਦੇਖੋ ਬਹੁਤੀ ਸਰਦੀ ਨਹੀਂ ਹੁੰਦੀ, ਨਾ ਕੋਈ ਬਹੁਤੀ ਗਰਮੀ ਦਾ ਸਮਾਂ ਹੈ, ਬੜੀ ਸੁਹਾਵਣੀ ਰੁੱਤ ਹੈ। ਜੇ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਸਿਮਰੀਏ ਤਾਂ ਅਸੀਂ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲਾ ਕਰ ਸਕਦੇ ਹਾਂ। ਤਾਂ ਪਾਤਸ਼ਾਹ ਇੱਥੇ ਸਮਝਾਉਂਦੇ ਨੇ ਕਰਮ ਲਿਖਣ ਤੇ ਪਾਈਏ। ਪਰ ਮੇਰੇ ਮਾਲਕ ਪ੍ਰਭੂ ਜੀ, ਜਿਹਦੇ ਤੇ ਤੂੰ ਆਪ ਕਿਰਪਾ ਕਰਨਾ ਹੈ, ਉਹ ਜਿਹੜਾ ਹੈ ਕਰਮ ਲਿਖਣ ਤੇ ਪਾਈਏ, ਉਹ ਇਹ ਦਾਤ ਜਿਹੜੀ ਹੈ ਪ੍ਰਾਪਤ ਕਰਦੇ ਹਨ। ਇਹ ਰੁੱਤ ਸੁਹਾਈ, ਭਾਵੇਂ ਜਿਹੜਾ ਹੈ ਇਹ ਸਮਾਂ ਬੜਾ ਹੀ ਸੁਹਾਵਣਾ ਹੈ, ਬੜਾ ਜਿਹੜਾ ਹੈ ਚੰਗਾ ਸਮਾਂ ਹੈ, ਪਰ ਉਹੀ ਪਰਮਾਤਮਾ ਦੀ ਸਿਫਤ ਵਿੱਚ ਜੁੜਦੇ ਹਨ ਜਿਨ੍ਹਾਂ ਤੇ ਮੇਰੇ ਮਾਲਕ ਪ੍ਰਭੂ ਜੀ ਤੂੰ ਕਿਰਪਾ ਕਰਦਾ। ਵਣ ਤ੍ਰਿਣ ਤ੍ਰਿਵਣ ਮੋਲਿਆ ਅੰਮ੍ਰਿਤ ਫਲ ਪਾਈ। ਵਣ ਤ੍ਰਿਣ ਤ੍ਰਿਵਣ ਮੋਲਿਆ,
फिर जिहड़ा है वण तिण त्रिभुवन, जिवें सारी वनस्पति मौली जाती है, इस तरह ही अमृत रूपी नाम फल जिन्हां नूं प्राप्त हो जाता है, उन्हां दे हिरदे भी खेड़े विच आ जाते हैं, वो भी खुशी विच प्रसन्नता विच आ जाते हैं, वो भी चढ़ती कला दे विच आ जाते हैं। नानक भगतां सदा विकास सुनिया दुख पाप का नाश, ये अवस्था उन्हां दी बन जाती है। वण तृण त्रिभुवन मोलिया अमृत फल पाई, मिल साधु सुख उपजै लथी सब छाई। मिल साधु सुख उपजै, गुरु नूं मिल के सानू आत्मक सुख आत्मक आनंद मिलता है। मिल साधु सुख उपजै लथी सब छाई, ते उन्हां दियां सारियां जिहड़ियां ने दुख कलेश झोरे चिंता फिकर दुख सारे ही दूर हो जाते हैं। नानक सिमरै एक नाम फिर बौड़ ना धाई, ਜਿਹੜੇ ਇੱਕ परमात्मा ਦੇ नाम ਨੂੰ ਸਿਮਰਦੇ ਹਨ। नानक सिमरै एक नाम, ਜਿਹੜੇ ਇੱਕ परमात्मा ਦੇ नाम ਨੂੰ ਸਿਮਰਦੇ ਹਨ, ਫਿਰ ਬੌੜ ਨਾ ਧਾਈ, ਉਹ ਫਿਰ ਆਵਾਗਮਨ ਵਿੱਚ ਨਹੀਂ ਪੈਂਦੇ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ, ਉਹਨਾਂ ਦੇ ਜਨਮ ਮਰਨ ਦੇ ਗੇੜ ਸਮਾਪਤ ਹੋ ਜਾਂਦੇ ਹਨ। ਸਤਿਗੁਰੂ ਕਹਿੰਦੇ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ। ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਧਾਈ, पंजे बद्दे महाबली कर सच्चा ढोआ। जेड़े उस परमात्मा की सिफत दे विच, उस परमात्मा की सिफत रूपी भेटा उस परमात्मा के चरणों में रखते हैं, पंजे बद्दे महाबली, वो पंजे ही विकारां नूं बन लैंदे हैं। भाव की काम क्रोध लोभ मोह अहंकार उन्हां ते डाढे नहीं होंदे, उन्हां उत्ते प्रभावी नहीं होंदे। फिर ਜਿਹੜੇ परमात्मा की सिफत वाली भेटा, ढोआ तो भाव होंदा भेटा का, ਜਿਹੜੇ उस परमात्मा की सिफत वाली भेटा उस परमात्मा के चरणों ते रखते हैं, तो सतगुरु महाराज फिर आखते हैं कि पंजे बद्दे महाबली, वो बड़े बड़े महाबली योधे सन, काम क्रोध लोभ मोह अहंकार बड़े डाढे सन, उन्हां डाढियां नूं वो सहजे ही काबू विच कर लैंदा। अपने चरण जपाईन विच दई खड़ोवा, अपने चरण जपाईन, आप अकाल पुरख वाहिगुरू कृपा करके अपने चरणों नाल जोड़ लैंदा। अपने चरण जपाईन, आप जिन्हां नूं अपने चरणों नाल जोड़ के अपनी सिफत करा लैंदा। विच दई खड़ोवा, आप अकाल पुरख आप विच सहाई हो के अपने चरणों नाल उन्हां जोड़ लैंदा। ये अखर है दई, यईए नूं औकड़ लगी होवे तां भी इहदा उचारण दई होवेगा, यईया मुक्ता होवे तां भी इहदा उचारण दई होवेगा, यईए नूं सिहारी लगी होवे तां भी इहदा उचारण दई होवेगा। तो सतगुर इत्थे समझा रहे ने, अपने चरण जपाईन विच दई खड़ोवा, रोग सोग सब मिट गए नित नवां निरोवा। जेड़े बसंत दी वार, जेड़ा बसंत दा आ समा है, और ये उस परमात्मा की सिफत में जोड़े जुड़ जाते हैं, रोग सोग सब मिट गए, उन्होंने सारे रोग दुख कलेश झोरे चिंता फिक्र सब दूर हो गए, रोग सोग सब मिट गए नित नवां निरोवा। वो रोज ही नवां निरोवा जिहड़ा है हो जाता है। दिन रैण नाम ध्यान दा फिर पाए ना मोहा, दिन रैण नाम ध्यान दा, जेड़े रात होवे दिन होवे सदा परमात्मा के नाम नूं सिमरदे हन, दिन रैण नाम ध्यान दा फिर पाए ना मोहा। वो वार वार जन्म मरण दे विच नहीं आंदा, उहदे जन्म मरण दे गेड़ मुक जांदे हन। जिस ते उपजिया नानका सोई फिर होवा, जिस अकाल पुरख वाहिगुरू तो असीं जियां दा जन्म होया सी, जिस परमात्मा ने सानू साधिया सी, उस विच ही असीं फिर लीन हो जाते हाँ। जिसते उपजिया नानका सोई फिर होवा, कित्थों उपजे कह रहे कह माहे समावै। तो अकाल पुरख वाहिगुरू है, ये कित्थों बनिया, परमात्मा कित्थों बनिया, इहदे बारे किसी नूं पता नहीं, कदों बनिया नहीं ना पता, किसी नूं कोई ज्ञान नहीं। जे किते ये ज्ञान मनुख नूं हो जाता तां वखरे वखरे धार्मिक ग्रंथ हरेक ने लिख देने सन कि रब कदों होंद विच आया, रब कदों बनया, रब। तो इस करके महाराज कहते वो कित्थों पैदा होया, कित्थों उपजे कह रहे, वो किहड़ी थां ते रहिंदा, कित्थे रहिंदा वो परमात्मा। कित्थों उपजे कह रहे, कोई विशेष ठिकाणा या थां, कित्थों उपजे कह रहे कह माए समावै, ते किहदे विच वो लीन रहिंदा, किहदे विच लीन रहिंदा है। असीं उस अकाल पुरख वाहिगुरू दा अंत नहीं पा सकते, वो बेअंत है, ਉਹਦੀ ਸਿਫਤ ਕਰਦਿਆਂ ਕਰਦਿਆਂ ਉਹਦੇ ਵਿੱਚ ਹੀ ਅਸੀਂ ਜੀਵ ਲੀਨ ਹੋ ਜਾਂਦੇ ਹਾਂ।
किथों उपजै कह रहे कह मैं समावै, जी जंत सब खसम के कौन कीमत पावै। सारे जी जंत उस अकाल पुरख वाहिगुरू दे ने, कोई उहदा अंत या उहदा पारला बना नहीं लभ सकदा। कहन तिहायन सुनन नित से भगत सुहावै। ਜਿਹੜੇ उस परमात्मा दे नाम नूं आखते हैं, सिमरते हैं, ध्यानते हैं। कहन तिहायन सुनन, ਜਿਹੜੇ परमात्मा की सिफत सुनते हैं। कहन तिहावन सुनन नित से भगत सुहावै। वो भगत जन शोभनीक होंदे हन, से भगत सुहावै। अगम अगोचर साहिबो दूसर लवै न लावै। वो अकाल पुरख वाहिगुरू अगम है, पहुँच तो परे है। अगोचर ज्ञान इंद्रियां की पहुँच तो परे है। साहिब वो साडा साहिब है, मालक है। अगम अगोचर साहिब वो दूसर लवै न लावै। ओदे तुल ओदे बराबर होर कोई हस्ती नहीं है। सच पूरे गुर उपदेशिया नानक सुनावै। सच पूरे गुर उपदेशिया, जिन्होंने उस अकाल ये गल आख रहे हैं नानक सुनावै। गुरु अर्जन पातशाह जी ये गल सुना के दस रहे हैं कि जिन्होंने पूरे गुरु ने मत दे दी, पूरे गुरु को उपदेश जिहड़ा है गुरु का उपदेश मिल गया, वो उस परमात्मा के चरणों नाल जुड़ गए। उन्हां दा ये जीवन लोक सुखीए परलोक सुहेले। नानक हर प्रभ आपे मेले की बख्शिश के पात्र बन जाते हैं। गुरु कृपा करे, जिथे अज फगण का महीना आरंभ होया, उथे बसंत की वार जिहड़ी संगतां ने जिहड़ा चेते कीती। करीबन 65 ऐसे वीर भैणां सन जिन्हां ने बाणी चेते करके सुनाई है। होर भी संगतां जिन्हां ने कोशिश की है, सारिਆਂ ਨੂੰ मुबारक। बहुत जिहड़ा है चढ़ती कला नाल महाराज ने अपने चरणों नाल जोड़िया। तो ये जिहड़ी बाणी है ये भुलदी नहीं, याद रहेगी। देखो अज असीं कह दिंदे हां भाई सानूं बाणी पढ़नी होवे, असीं जिहड़ा है गुरु ग्रंथ साहिब महाराज तो पढ़ लईए या नितनेम के गुटके राही पढ़ लईए या मोबाइल ते असीं देख लईए। एक समा आ जाएगा जदों मोबाइल भी असीं अखां नाल नहीं वेख सकांगे। एक समा आ जाएगा जदों साडियां नेत्रां की जोत इन्नी नहीं रहेगी, मध्यम हो जाएगी। तो जिस वेले साडियां अखां तो नीर वग तुरेगा, नैनो नीर बहे तनकीना, भय केस दुधवानी, रुधा कंठ शब्द नहीं उतरै, अब क्या करे परानी। इस अवस्था च अपड़ जावांगे जदों साडे अंदर सुनन की समर्था भी नहीं रहेगी। उस वेले साडे अंदरों बाणी का प्रवाह चलता रहेगा, और जिन्हां दे अंदर बाणी का प्रवाह चलता रहिंदा है उन्हां दे लोक सुखीए परलोक वेले जाते हैं। भुल चुक दी क्षमा। वाहिगुरू जी का खालसा, वाहिगुरू जी की फतेह।